ਚੜ੍ਹਦੇ ਚੇਤਰ ਚਿੱਤ ਉਦਾਸ, ਚੱਲੀਏ ਸਤਿਗੁਰਾਂ ਦੇ ਪਾਸ, ਕਰੀਏ ਹੱਥ ਜੋੜ ਅਰਦਾਸ। ਸਾਨੂੰ ਰੱਖੋ ਆਪਣੇ ਪਾਸ, ਦਿਓ ਚਰਨਾਂ ਵਿੱਚ ਨਿਵਾਸ। ਮੈਂ ਔਗਣ ਹਾਰੀ ਹਾਂ, ਜਦ ਮੈਂ ਹੋ ਵੈਰਾਗਣ ਚੱਲੀ, ਚਰਖੇ ਤੰਦ ਨਾ ਲਾਈ ਛੱਲੀ। ਘਰ ਤੋਂ ਤੁਰ ਕੇ ਭਈ ਇਕੱਲੀ, ਮੈਨੂੰ ਲੋਕ ਆਖਦੇ ਚੱਲੀ। ਮੈਨੂੰ ਕਿਸੇ ਦੀ ਗੱਲ ਨਾ ਲੱਗਦੀ ਭਲੀ, ਮੈਂ ਔਗਣ ਹਾਰੀ ਹਾਂ। ਸਾਡੇ ਪਹਿਲੇ ਕਵੀ ਬਾਬਾ ਚੰਦਾ ਸਿੰਘ ਜੀ ਆਪਣਾ 12 ਮਾਹ ਹੀ ਚੇਤਰ ਮਹੀਨੇ ਤੋਂ ਸ਼ੁਰੂ ਕਰਦੇ ਨੇ। ਇਹੀ ਉਹਨਾਂ ਦੇ ਸ਼ੁਰੂ ਵਾਲੇ ਸ਼ਬਦ ਨੇ ਜਿਹੜੇ ਮੈਂ ਆਪ ਜੀ ਦੇ ਸਾਹਮਣੇ ਰੱਖੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਾਰੇ ਅਕੀਦਤ ਭੇਟ ਕੀਤੀ ਹੈ। ਉਹਨਾਂ ਨੇ 12 ਮਹੀਨਿਆਂ ਦੇ ਵਿੱਚ ਨਾਮਧਾਰੀ ਇਤਿਹਾਸ ਨੂੰ ਸੰਖੇਪ ਕਰਕੇ ਉਹਨਾਂ 12 ਮਹੀਨਿਆਂ ਦੇ ਤੌਰ ਦੇ ਉੱਤੇ ਸਾਡੇ ਸਾਹਮਣੇ ਰੱਖਿਆ, ਜਾਂ ਸਾਡੇ ਵਾਸਤੇ ਰੱਖਿਆ, ਪਾਠਕਾਂ ਦੀ ਝੋਲੀ ਦੇ ਵਿੱਚ ਪਾਇਆ। ਸਾਡਾ ਇਹ ਜਿਹੜਾ ਪਹਿਲਾ ਇਹ ਕਵੀ ਹੈ, ਇਸ ਦੀ ਇਹ ਰਚਨਾ ਜ਼ਬਤ ਵੀ ਕੀਤੀ ਜਾਂਦੀ ਹੈ ਅੰਗਰੇਜ਼ੀ ਸਰਕਾਰ ਵੱਲੋਂ, ਕਿਉਂਕਿ ਇਸ ਬਾਰੇ ਜਿਹੜੀਆਂ ਪਹਿਲੀਆਂ ਰਿਪੋਰਟਾਂ ਆਉਂਦੀਆਂ ਨੇ ਉਹ ਇਸ ਤਰ੍ਹਾਂ ਦੀਆਂ ਸਨ ਕਿ ਇਸ ਰਚਨਾ ਨੂੰ ਪੜ੍ਹਦੇ ਹੋਏ ਕੂਕੇ ਜਿਹੜੇ ਹਨ ਉਹਨਾਂ ਦੇ ਚਿਹਰਿਆਂ ਦੇ ਹਾਵ ਭਾਵ ਜਿਹੜੇ ਨੇ ਉਹ ਬਦਲ ਜਾਂਦੇ ਨੇ, ਉਹ ਕਿਸੇ ਰੰਗ ਦੇ ਵਿੱਚ ਵੈਰਾਗੀ ਹੋ ਜਾਂਦੇ ਨੇ, ਕਿਉਂਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਦੇਸ਼ ਗਮਨ ਤੋਂ ਬਾਅਦ ਦੀ ਇਹ ਰਚਨਾ ਹੈ। ਅਤੇ ਇਹਦੇ ਵਿੱਚ ਜਦੋਂ ਉਹ ਪੜ੍ਹਦੇ ਨੇ, ਉਹ ਉੱਚੀ ਉੱਚੀ ਪੜ੍ਹਨ ਲੱਗਦੇ ਨੇ, ਫਿਰ ਉਹ ਅੰਗਰੇਜ਼ ਸਰਕਾਰ ਨੂੰ ਗਾਲਾਂ ਕੱਢਦੇ ਨੇ। ਉਹਨਾਂ ਪ੍ਰਤੀ ਜਿਹੜਾ ਉਹਨਾਂ ਦਾ ਗੁੱਸਾ ਹੈ ਹੋਰ ਵੀ ਜਿਹੜਾ ਉਗਰ ਰੂਪ ਧਾਰ ਲੈਂਦਾ। ਇਸ ਕਰਕੇ ਅੰਗਰੇਜ਼ ਕੁਛ ਚੀਜ਼ਾਂ ਦੀ ਟਰਾਂਸਲੇਟ ਕਰਵਾਉਂਦਾ, ਇਹਦੇ ਵਿੱਚ ਇਹਨੂੰ ਵੀ ਟਰਾਂਸਲੇਟ ਕਰਵਾਉਂਦਾ ਕਿ ਇਹਦੇ ਵਿੱਚ ਹੈ ਕੀ। ਪਰ ਜਦੋਂ ਵੀ ਕਿਸੇ ਚੀਜ਼ ਨੂੰ ਅਸੀਂ ਕਿਸੇ ਭਾਸ਼ਾ ਦੇ ਕਿਸੇ ਗ੍ਰੰਥ ਨੂੰ ਵੀ ਅਸੀਂ ਟਰਾਂਸਲੇਟ ਕਰਾਵਾਂਗੇ, ਉਹਦੇ ਸ਼ਬਦ ਟਰਾਂਸਲੇਟ ਹੋ ਸਕਦੇ ਨੇ, ਅੱਖਰ ਨੂੰ ਟਰਾਂਸਲੇਟ ਕੀਤਾ ਜਾ ਸਕਦਾ ਹੈ, ਪਰ ਭਾਵਾਂ ਨੂੰ ਟਰਾਂਸਲੇਟ ਨਹੀਂ ਕੀਤਾ ਜਾ ਸਕਦਾ। ਉਹ ਜਿਹੜੇ ਭਾਵ ਹੁੰਦੇ ਨੇ ਉਹ ਉਸੇ ਭਾਸ਼ਾ ਦੇ, ਉਸੇ ਉੱਥੋਂ ਦੇ ਲੋਕਾਂ ਦੇ ਬੋਲਣ ਵਾਲਿਆਂ ਦੇ, ਕਿਉਂਕਿ ਉਹ ਕਲਚਰਲ ਸ਼ਬਦ ਹੁੰਦੇ ਨੇ। ਚਰਖੇ ਤੰਦ ਨਾ ਲਾਈ ਛੱਲੀ, ਹੁਣ ਚਰਖੇ ਦਾ ਕਿੰਨਾ ਕੁ ਤੁਸੀਂ ਟਰਾਂਸਲੇਟ ਕਰ ਸਕਦੇ ਹੋ, ਅਸੀਂ ਸੋਚ ਸਕਦੇ ਹਾਂ। ਚਰਖਾ ਇਕੱਲਾ ਚਰਖਾ ਨਹੀਂ, ਉਹ ਇੱਕ ਸ਼ਬਦ ਨਹੀਂ, ਉਹਦੇ ਪਿੱਛੇ ਪੂਰੇ ਦਾ ਪੂਰਾ ਕਲਚਰ ਹੈ ਸਾਡਾ। ਇਹ ਜਿਹੜੇ ਨੇ ਇਹ ਫਰਕ ਪੈਂਦੇ ਨੇ। ਭਾਵੇਂ ਉਹਨਾਂ ਨੇ ਟਰਾਂਸਲੇਟ ਕਰਾਏ, ਪਰ ਉਹ ਇਸ ਭਾਵ ਨੂੰ ਨਾ ਸਮਝ ਸਕੇ ਕਿ ਕਿਉਂ ਕੂਕਿਆਂ ਨੂੰ ਇਹ ਜਿਹੜੀਆਂ ਚੀਜ਼ਾਂ ਨੇ ਉਹ ਟੁੰਬਦੀਆਂ ਨੇ, ਉਹਨਾਂ ਨੂੰ ਇਸ ਤਰ੍ਹਾਂ ਦਾ ਰੂਪ ਉਹਨਾਂ ਦਾ ਬਣ ਜਾਂਦਾ ਹੈ। ਉਹ ਜਦੋਂ ਸਤਿਗੁਰੂ ਆਪਣੇ ਨੂੰ ਯਾਦ ਕਰਦੇ ਨੇ, ਉਹ ਅੰਗਰੇਜ਼ੀ ਸਰਕਾਰ ਦੇ ਪ੍ਰਤੀ ਕਿਸ ਤਰ੍ਹਾਂ ਦੀ ਉਹਨਾਂ ਦੀ ਭਾਵਨਾ ਅੰਦਰ ਦੀ ਬਣਦੀ ਹੈ। ਅਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਪਿਛਲੇ ਕੁਝ ਸਮੇਂ ਤੋਂ ਸਰਵਣ ਕਰਦੇ ਆਏ ਹਾਂ। ਇਤਿਹਾਸਿਕ ਲੜੀ ਇੱਥੋਂ ਕੁ ਤੱਕ ਪਹੁੰਚੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸ੍ਰੀ ਭੈਣੀ ਸਾਹਿਬ ਨਿਵਾਸ ਕਰਦੇ ਸਨ। ਮੈਂ ਕੱਲ੍ਹ ਵੀ ਕੁਛ ਅਰਜ਼ਾਂ ਕੀਤੀਆਂ। ਇੱਥੇ ਛੋਟੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਨੇ, ਜਿਨ੍ਹਾਂ ਦੇ ਅਰਥ ਬਹੁਤ ਮਹਾਨ ਨੇ, ਬਹੁਤ ਵੱਡੇ ਨੇ, ਉਹ ਵਾਪਰਦੀਆਂ ਨੇ, ਜਿਹਦੇ ਵਿੱਚ ਪਿਤਾ ਜੱਸਾ ਸਿੰਘ ਬਾਰੇ ਆਪ ਜੀ ਨੇ ਕੁਛ ਦਿਨ ਪਹਿਲਾਂ ਹੀ ਵਿਰਕ ਜੀ ਦੇ ਕੋਲੋਂ ਸਰਵਣ ਕੀਤਾ ਸੀ ਕਿ ਉਹਨਾਂ ਨੇ ਅੰਮ੍ਰਿਤ ਛਕ ਲਿਆ, ਕਛਹਿਰੇ ਦੀ ਰਹਿਤ ਜਿਹੜੀ ਸੀ ਉਹ ਧਾਰਨ ਕਰ ਲਈ। ਅਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਨੇ, ਪਾਤਸ਼ਾਹ ਮੰਜੀ 'ਤੇ ਬੈਠੇ ਨੇ, ਅਤੇ ਸਾਡਾ ਇੱਕ ਸੱਭਿਆਚਾਰਕ ਤੌਰ ਦੇ ਉੱਤੇ ਅਸੀਂ ਇਸ ਨੂੰ ਬਣਾਇਆ ਹੈ। ਇੱਕ ਸਾਡੀ ਇਸ ਤਰ੍ਹਾਂ ਦੀ ਗੱਲ ਹੈ ਕਿ ਜਦੋਂ ਸਾਡੇ ਤੋਂ ਵੱਡਾ ਕੋਈ ਆਵੇ ਤਾਂ ਅਸੀਂ ਸਿਰਹਾਣੇ ਵਾਲਾ ਪਾਸਾ ਜਿਹੜਾ ਹੈ ਉਹ ਛੱਡ ਦਿੰਦੇ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਮੰਜੀ 'ਤੇ ਬੈਠੇ ਹੋਏ, ਚਾਰਪਾਈ 'ਤੇ ਬੈਠੇ ਹੋਏ, ਸਤਿਗੁਰੂ ਜੀ ਉਹ ਥਾਂ ਜਿਹੜਾ ਹੈ ਸਿਰਹਾਣੇ ਵਾਲਾ ਪਾਸਾ, ਜਿਹੜਾ ਉੱਚਾ ਸਥਾਨ ਮੰਜੀ ਦਾ, ਉਹ ਛੱਡ ਕੇ ਪੈਂਦ ਵਾਲੇ ਪਾਸੇ ਨੂੰ ਹੁੰਦੇ ਨੇ ਅਤੇ ਸ਼ਬਦ ਬੋਲਦੇ ਨੇ ਕਿ ਪਿਤਾ ਜੀ ਬੈਠੋ। ਅਤੇ ਬਾਬਾ ਜੱਸਾ ਸਿੰਘ ਜੀ ਆਖਦੇ ਨੇ, ਨਹੀਂ, ਮੈਂ ਨਹੀਂ ਬੈਠਣਾ। ਕਹਿੰਦੇ, ਨਹੀਂ, ਤੁਸੀਂ ਮੇਰੇ ਪਿਤਾ ਹੋ, ਮੇਰੇ ਪਿਤਾ ਹੋ, ਇਸ ਕਰਕੇ ਆਪ ਜੀ ਇੱਥੇ ਬੈਠੋ, ਇਹ ਸਥਾਨ ਗ੍ਰਹਿਣ ਕਰੋ। ਉਹ ਕਹਿੰਦੇ, ਉਹ ਮੈਂ ਪਹਿਲਾਂ ਸਮਝਦਾ ਸਾਂ ਆਪਣੇ ਆਪ ਨੂੰ, ਪਹਿਲਾਂ ਮੈਂ ਇਹ ਗੱਲ ਸਮਝਦਾ ਸਾਂ ਕਿ ਮੈਂ ਪਿਤਾ ਹਾਂ, ਪਰ ਹੁਣ ਮੈਨੂੰ ਆਪ ਜੀ ਨੇ ਜਨਾਇਆ ਹੈ, ਹੁਣ ਮੈਨੂੰ ਇਹ ਗੱਲ ਦਾ ਪਤਾ ਲੱਗਾ ਕਿ ਇਹ ਗੱਲ ਨਹੀਂ। ਆਪ ਅਕਾਲ ਪੁਰਖ ਹੋ, ਮੇਰੇ ਵਰਗਾ ਮਨੁੱਖ ਤਾਂ ਇੱਕ ਜ਼ਰੀਆ ਹੈ
क्योंकि सतगुरु राम सिंह सच्चे पातशाह का ये बचन भी आप जी ने सरवण किया है ਜਾਂ नहीं। सतगुरु राम सिंह सच्चे पातशाह अपने पिता ਨੂੰ ਇਹ ਗੱਲ ਕਹਿੰਦੇ ਨੇ कि दसो मेरा जन्म ਜਿਹੜਾ है वो किस तरह होया, मैं तुहाडे घरे आया किस तरह आया। तो सतगुरु राम सिंह सच्चे पातशाह उस प्रसंग वाल जिहड़ा आपां अवतार दा सुनिया ਉਹਦਾ ਮੰਨ ਲਓ दर्शाउंदे ने कि मैं जन्म जिहड़ा है मेरा अवतार जिहड़ा है वो किस तरह होया। इस करके सतगुरु राम सिंह सच्चे पातशाह बाबा जस्सा सिंह होरी कहंदे ने मैनूं हुण पता लग गया, आप अकाल पुरख हो, आप दी ही सारी माया। उदों मैनूं जनाया नहीं सी, हुण मैनूं जनाया, हुण मैनूं पता लग गया, हुण वड्डे छोटे दी ये जिहड़ी गल है वो खत्म हुई है। मैनूं पता तुसी अकाल पुरख हो, तुसी ही वड्डे हो, तुसी ही ये सारी माया जिहड़ी है इस संसार ते पाई है। इस तरह के वचन जिहड़े ने पिता जस्सा सिंह होरी करते हैं। इत्थे ही सतगुरु राम सिंह सच्चे पातशाह आ नीलो पिंड दे एक साधु का नाम पहला भी आया। वो साधु रंगी राम सतगुरु राम सिंह सच्चे पातशाह जी उहदे कोल जांदे ने। रंगी राम साधु जिहड़ा है वो साधु सचमुच साधु है, क्योंकि पहला भी आपां इहदे बारे जिक्र किया है। ਇਹਦੇ ਕੋਲ बहुत सारे लोग जिहड़े ने संसारक दुखों के मारे हुए लोग जिहड़े ने वो ਇਹਦੇ ਕੋਲ आउंदे ने। ਤੇ बहुत सारे लोगों का मनना है कि वो जदों किसी दे किरपा करते हैं तो उन्हां दे दुख ठीक हुंदे ने। सतगुरु राम सिंह सच्चे पातशाह भी उन्हां दे कोल जांदे ने उत्थे ते उन्हां दे चरनां ते मत्था टेकदे ने। मत्था जदों टेक के सतगुरु जी आउंदे ने वो रौला पा दिंदा है वो साधु, वो कहंदा वो लुट के लै गया सब कुछ, वो लुट के लै गया। ਉਹਦੇ ਕੋਲ ਜਿਹੜਾ ਬੰਦਾ ਆਉਂਦਾ ਉਹਨਾਂ ਭੈਣੀ ਸਾਹਿਬ ਚਲਾ ਜਾ, ਉਹ ਲੈ ਗਿਆ ਸਾਰਾ ਕੁਝ ਲੁੱਟ ਕੇ, ਹੁਣ ਮੇਰੇ ਕੋਲ ਕੁਛ ਨਹੀਂ। ਉਹਦੇ ਕੋਲ ਮੇਲਾ ਲੱਗਦਾ ਸੀ ਸਾਲ ਦੇ ਵਿੱਚ, ਬਹੁਤ ਸਾਰੇ ਲੋਕ ਆਉਂਦੇ ਸਨ, ਉਹਨੇ ਸਭ ਕੁਝ ਬੰਦ ਕਰ ਦਿੱਤਾ, ਸਾਰੇ ਮੇਲੇ ਮੂਲੇ ਉਹਨੇ ਸਾਰਾ ਕੁਝ ਜਿਹੜਾ ਸੀ ਉਹਨੇ ਬੰਦ ਕਰਤਾ। ਉਹ ਕਹਿੰਦਾ ਮੇਰੇ ਕੋਲ ਰਿਹਾ ਹੀ ਕੁਛ ਨਹੀਂ, ਉਹ ਸਭ ਕੁਝ ਲੁੱਟ ਕੇ ਲੈ ਗਿਆ, ਉਹ ਭੈਣੀ ਦਾ ਵਾਸੀ ਸਭ ਕੁਝ ਲੈ ਗਿਆ, ਉਹਦੇ ਕੋਲ ਚਲੇ ਜਾਓ, ਸਭ ਕੁਝ ਹੁਣ ਉਹਦੇ ਕੋਲ ਹੈ, ਮੇਰੇ ਕੋਲ ਕੁਛ ਵੀ ਨਹੀਂ। इस तरह के वो बचन करता। उन्हें वो जिहड़े लोग उहदे कोल आउंदे सन उन्हां दा सारियां दा मुहान बदल दिंदा कि सारे तुसी भैणी साहब वाले पासे नूं जावो। ये भैणी साहब दीयां छोटियां छोटियां घटनावां ने। इत्थे ही सतगुरु राम सिंह सच्चे पातशाह लंघदे हुए एक शब्द जिहड़ा असीं अक्सर कई बार साडे नौजवानां नूं भी इस गल बारे पुछया जांदा है जां कई बार सवाल कीता जांदा है कि ये शब्द क्यों। सतगुरु राम सिंह सच्चे पातशाह रागी सिंह जिहड़े ने वो शब्द पढ़ते पे ने। उन्हां गुरु गोबिंद सिंह सच्चे पातशाह का ये शब्द जिहड़ा पढ़िया, मित्र प्यारे नूं हाल मुरीदां दा कहना, ये शब्द पढ़िया। सतगुरु राम सिंह सच्चे पातशाह रोकदे ने, कहंदे नहीं भाई मुरीदां दा नहीं लिखिया गुरु गोबिंद सिंह सच्चे पातशाह ने, फकीरां दा लिखिया, ये पाठ भेद है। जे असीं उस तरह भी हिसाब लाइए तां गुरु गोबिंद सिंह सच्चे पातशाह वर्गे जिहड़े अदीब कवि ने उन्होंने ये जिहड़ी कविता है इहदे विच कविता के हिसाब नाल भी असीं सोचीए तो शब्द शुरू हुंदा मित्र तो, मित्र तो शुरू हो के मुरीद ते खत्म नहीं हो सकती ये तुक, क्योंकि मित्र का मतलब असीं सारे जानते हैं, मुरीद का मतलब चेला हुंदा है। एक बन्ने मित्र कहना, एक बन्ने चेला कहना, ये दो गल्लां जिहड़ियां दो रिश्ते जिहड़े ने मिलदे नहीं। जदों असीं फकीर आखांगे ते मित्र आखांगे, क्योंकि रब भी फकीर है, रब बादशाहां दा बादशाह है, फकीरां दा फकीर है। ये जदों शब्द गुरु गोबिंद सिंह सच्चे पातशाह उचारदे ने उदों माछीवाड़े दे जंगल विच बैठे ने, उन्हां ने अपना सारा घर परिवार जिहड़ा है उन्हां कोलों विछड़ चुके है, साहिबजादे शहीद हो चुके ने। एक हालत जिहड़ी अवस्था जिहड़ी है बाहरी तौर ते संसारिक तौर ते आपां वेखदे हां एक फकीरां वाली है, जिहड़ा चोगा गल विच पाया वो भी पाटा होया, लीरो लीर होया, जुत्ती जिहड़ी चरनां दे विच जोड़ा भी नहीं, ते वो एक अवस्था है जिहड़ी बाहरी तौर ते सानूं दिसदी है फकीरां वाली, ते वो उहनूं मित्र कहंदे ने। जदों असीं तख्त ते बैठे सां आनंदपुर, उदों बादशाहां दे बादशाह सां, उदों परमेशर भी बादशाहां दा सुल्तानां दा सुल्तान है, उदों भी एक मित्रता सी। अज फकीरां दे फकीरां अज भी एक मित्रता है। सतगुरु राम सिंह सच्चे पातशाह सिखां नूं कहंदे ने भाई फकीरां दा शब्द जिहड़ा ये पढ़ना, शब्द फकीर जिहड़ा है वो पढ़ना है। मित्र प्यारे नूं हाल फकीरां दा कहना, ये शब्द जिहड़ा इस तरह पढ़ना है। हाँ जी, ये गिरिराज जी ने दस्सिया ते वो बीड़ अपने कोल ओहदी कापी भी हैगी, आपां वेखिआ। ये पाठ भेद है, क्योंकि मैं पहलां भी दस्सिआ
ਕਿ ਇਹ ਪਾਠ ਮਿਲਦਾ ਵੀ ਹੈ। ਇਹ ਨਹੀਂ ਕਿ ਇਹ ਪਾਠ ਸਿਰਫ ਨਾਮਧਾਰੀ ਪੜ੍ਹਦੇ ਨੇ, ਇਹ ਪਾਠ ਮਿਲਦਾ ਵੀ ਹੈ। ਪਟਨੇ ਸਾਹਿਬ ਵਾਲੀ ਬੀੜ ਜਿਹੜੀ ਹੈ ਉਹ ਬੀੜ ਦੇ ਵਿੱਚ ਇਹ ਪਾਠ ਜਿਹੜਾ ਹੈਗਾ ਹਾਲ ਫਕੀਰਾਂ ਦਾ ਕਹਿਣਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਰਪਾ ਕਰਦੇ ਨੇ। ਇੱਥੇ ਹੀ ਭੈਣੀ ਸਾਹਿਬ ਹਜਰੋਂ ਸਾਹਿਬ ਤੋਂ ਬਾਬਾ ਕਾਹਨ ਸਿੰਘ ਹੁਰੀ, ਬਾਬਾ ਕਾਹਨ ਸਿੰਘ ਹੁਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ ਭਤੀਜੇ ਨੇ। ਤੇ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਇੱਥੇ ਭੈਣੀ ਸਾਹਿਬ ਆਉਂਦੇ ਨੇ। ਤੇ ਇਹਨਾਂ ਦੇ ਨਾਲ ਇਹਨਾਂ ਦੀ ਲੜਕੀ ਹੈ ਜਿਹਦਾ ਨਾਂ ਕੋਕਲਾ ਹੈ। ਤੇ ਇੱਥੇ ਦਰਸ਼ਨ ਜਦੋਂ ਕਰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਹਜਰੋਂ ਸਾਹਿਬ ਨਾਲ ਖਾਸ ਸਨੇਹ ਹੈ, ਕਿਉਂਕਿ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਰਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਆਪਾਂ ਪਹਿਲਾਂ ਵੀ ਇਹ ਗੱਲ ਸਰਵਣ ਕੀਤੀ ਹੈ ਕਿ ਅਰਧ ਕੁੰਭੀ ਦੇ ਮੇਲੇ ਦੇ ਉੱਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਹਜਰੋਂ ਸਾਹਿਬ ਦੀ ਸਾਧ ਸੰਗਤ ਆ ਜਾਂਦੀ ਹੈ, ਉੱਥੇ ਮਿਲ ਪੈਂਦੀ ਹੈ, ਤੇ ਸਤਿਗੁਰੂ ਜੀ ਇਹ ਹੁਕਮ ਕਰਦੇ ਨੇ, ਭਾਈ ਇਹਨਾਂ ਦੇ ਜੂਠੇ ਬਰਤਨ, ਇਹਨਾਂ ਦੇ ਜੂਠੇ ਭਾਂਡੇ ਜਿਹੜੇ ਨੇ ਉਹ ਮੈਂ ਮਾਂਜਾਂਗਾ, ਇਹ ਸੇਵਾ ਮੇਰੇ ਤੋਂ ਹੋਰ ਕੋਈ ਨਾ ਲਵੇ। ਇਹ ਮੇਰੇ ਸਤਿਗੁਰੂ ਦੇ ਉਸ ਦੇਸ਼ ਤੋਂ ਆਏ ਨੇ, ਮੇਰੇ ਸਤਿਗੁਰੂ ਦੇ ਉਸ ਨਗਰ ਤੋਂ ਆਏ ਨੇ, ਇਸ ਕਰਕੇ ਇਹਨਾਂ ਦੇ ਜੂਠੇ ਭਾਂਡੇ ਜਿਹੜੇ ਨੇ ਇਹ ਜਿੰਨੇ ਦਿਨ ਇੱਥੇ ਰਹਿਣਗੇ, ਜਿੰਨੇ ਦਿਨ ਲੰਗਰ ਹੋਵੇਗਾ, ਇਹ ਜੂਠੇ ਭਾਂਡੇ ਜਿਹੜੇ ਨੇ, ਜੂਠੇ ਬਰਤਨ ਜਿਹੜੇ ਨੇ ਮੈਂ ਮਾਂਜਾਂਗਾ। ਇਸ ਕਰਕੇ ਇੱਕ ਖਾਸ ਸਨੇਹ ਹੈ। ਤੇ ਇਹ ਤਾਂ ਸਤਿਗੁਰੂ ਜੀ ਦੇ ਭਤੀਜੇ ਵੀ ਨੇ ਦੁਨਿਆਵੀ ਰਿਸ਼ਤੇਦਾਰੀ ਕਰਕੇ ਵੀ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਬਹੁਤ ਸਨੇਹ ਕਰਦੇ ਨੇ। ਫਿਰ ਇਹਨਾਂ ਨੂੰ ਹਜਰੋਂ ਸਾਹਿਬ ਦੀ ਮਹੰਤੀ ਜਿਹੜੀ ਹੈ ਬਾਬਾ ਕਾਹਨ ਸਿੰਘ ਨੂੰ ਬਖਸ਼ੀ ਜਾਂਦੀ ਹੈ, ਉੱਥੋਂ ਦੀ ਮਹੰਤੀ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਤੇਰੇ ਚਰਨਾਂ ਤੇ ਹੱਥ ਲਾਉਣਾ ਹੈ, ਮੈਂ ਤੇਰੇ ਚਰਨਾਂ ਤੇ ਮੱਥਾ ਟੇਕਣਾ ਹੈ। ਉਹ ਕਹਿੰਦਾ ਜੀ ਨਹੀਂ, ਮੈਂ ਨਹੀਂ ਟਿਕਾ ਸਕਦਾ, ਮੈਂ ਤਾਂ ਬਹੁਤ ਅਦਨਾ ਜਿਹਾ ਨਿਮਾਣਾ ਜਿਹਾ ਜਿਹੜਾ ਹੈ ਉਹ ਬੰਦਾ, ਮੈਂ ਨਹੀਂ ਲਵਾ ਸਕਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਜੇ ਨਾਮ ਲੈਣਾ ਤੇ ਫਿਰ ਤੈਨੂੰ ਲਵਾਉਣਾ ਪਏਗਾ, ਫਿਰ ਨਾਮ ਦੇਵਾਂਗੇ, ਪਹਿਲਾਂ ਪੈਰਿਆਂ ਤੇ ਆਪਣੇ ਮੱਥਾ ਟਿਕਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹਨਾਂ ਨੂੰ ਮੱਥਾ ਟੇਕਦੇ ਨੇ। ਇਹ ਮੈਨੂੰ ਇਹ ਨਹੀਂ ਪਤਾ, ਹੋ ਸਕਦਾ ਇਹਨਾਂ ਦੀ ਇੱਕ ਤੋਂ ਵੱਧ ਧੀਆਂ ਹੋਣ, ਪਰ ਜਿਹੜੀ ਧੀ ਇੱਥੇ ਆਉਂਦੀ ਹੈ ਉਸ ਦਾ ਨਾਂ ਕੋਕਲਾ ਹੈ। ਉਹਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਹ ਅਰਜ਼ ਕੀਤੀ, ਪਾਤਸ਼ਾਹ ਕਿਰਪਾ ਕਰੋ ਸਾਡੇ ਘਰੇ ਵੀਰ ਹੋਵੇ, ਸਾਡੇ ਘਰੇ ਵੀਰ ਹੋਵੇ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਕੋਈ ਵੱਡੀ ਗੱਲ ਨਹੀਂ, ਤੁਸੀਂ ਸਤਿਗੁਰੂ ਬਾਲਕ ਸਿੰਘ ਜੀ ਦੇ ਸਥਾਨ ਦੇ ਉੱਤੇ ਅਰਦਾਸ ਕਰਦੇ ਤੇ ਇਹ ਕਿਰਪਾ ਉਹਨਾਂ ਨੇ ਕਰ ਦੇਣੀ ਸੀ। ਚਲੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਵੀਰ ਹੋਵੇਗਾ। ਇਹ ਮਾਤਾ ਜਾਂ ਇਹ ਲੜਕੀ ਜਿਹੜੀ ਕੋਕਲਾ, ਇਹ ਜਾਂ ਹੋਰ ਹੋ ਸਕਦਾ ਵੀ ਮੇਰੇ ਧਿਆਨ ਵਿੱਚ ਨਾ ਹੋਵੇ, ਇੱਕ ਮਲਾਹ ਪਿੰਡ ਵਿੱਚ ਭਾਈ ਕਾਹਨ ਸਿੰਘ ਦੀ ਲੜਕੀ ਜਿਹੜੀ ਸੀ ਉਹ ਵਿਆਹੀ ਸੀ, ਭਾਵ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੀ ਪੁੱਤਰੀ ਇੱਕ ਮਲਾਹ ਪਿੰਡ ਵਿਆਹੀ ਹੋਈ ਸੀ। ਤੇ ਮਲਾਹ ਪਿੰਡ ਦਾ ਹਰੀਚੰਦ ਇਹਨਾਂ ਦਾ ਜਵਾਈ ਸੀ। ਤੇ ਹਰੀਚੰਦ ਦੀ ਸਿੱਖਿਆ ਦੇ ਨਾਲ ਪਹਿਲੀ ਵਾਰ ਬਾਬਾ ਬੈਂਕਾ ਜਿਹੜਾ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਆਉਂਦਾ ਹੈ, ਉਸ ਮਲਾਹ ਪਿੰਡ ਦਾ ਰਹਿਣ ਵਾਲਾ ਸੀ। ਉਹ ਬਾਬਾ ਬੈਂਕਾ ਜਦੋਂ ਆਉਂਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਹਜਰੋਂ ਸਾਹਿਬ ਦੇ ਵਿੱਚ, ਤੇ ਉੱਥੇ ਦਰਸ਼ਨ ਕਰਕੇ ਇਹਦੀ ਬਿਰਤੀ ਇੰਨੀ ਉੱਚੀ ਪਹੁੰਚਦੀ ਹੈ, ਜਾਂ ਇਸ ਦੀ ਬਿਰਤੀ ਇੰਨੀ ਵਧੀਆ ਹੋ ਜਾਂਦੀ ਹੈ ਕਿ ਇਹ ਦਿਨ ਰਾਤ ਭਜਨ ਬੰਦਗੀ ਲਵਾ ਲਵ ਦਾ ਇਹਦਾ ਭਜਨ ਜਿਹੜਾ ਹੈ ਉਹ ਚੱਲਦਾ ਰਹਿੰਦਾ ਹੈ। ਉਹ ਜਿੱਧਰ ਨੂੰ ਵੀ ਜਾਂਦਾ ਹੈ ਲਵਾ ਲਵ। ਇੱਕ ਪਰਮੇਸ਼ਰ ਲਖਾਇਕ ਇਸ ਤਰ੍ਹਾਂ ਦਾ ਬਚਨ ਹੈ ਕਿ ਸਾਰੇ ਥਾਂ ਤੇ ਤੂੰ ਹੈ, ਕਿਤੇ ਵੀ ਇਸ ਤਰ੍ਹਾਂ ਦੀ ਜਗ੍ਹਾ ਨਹੀਂ, ਕੋਈ ਵੀ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਘਟ ਕੇ ਅੰਤਰ ਕੇ ਜਾਂ ਉਹ, ਜਾਂ ਅਸੀਂ ਘਟ ਵਿੱਚ ਵਸਣ ਵਾਲਾ ਜਿਸ ਨੂੰ ਕਹਿੰਦੇ ਹਾਂ। ਪਰ ਇਹ ਬਾਬਾ ਸੱਚਮੁੱਚ ਹੀ ਉਹਨੂੰ ਵੇਖਦਾ ਹੈ, ਹਰ ਵਿੱਚ ਵੇਖਦਾ ਹੈ। ਉਹ ਛੋਟੇ ਤੋਂ ਛੋਟੇ ਕੁੱਤੇ ਦੇ ਵਿੱਚ ਵੇਖਦਾ ਹੈ, ਵੱਡੇ ਤੋਂ ਵੱਡੇ ਹਾਥੀ ਜਾਨਵਰ ਦੇ ਵਿੱਚ ਵੀ ਵੇਖਦਾ, ਛੋਟੇ ਰੁੱਖ ਵਿੱਚ ਵੀ ਵੇਖਦਾ, ਵੱਡੇ ਤੋਂ ਵੱਡੇ ਰੁੱਖ ਵਿੱਚ ਵੀ ਵੇਖਦਾ। ਹਰ ਜਗ੍ਹਾ ਇਹਨੂੰ ਉਸ ਪਰਮੇਸ਼ਰ ਦੇ ਦਰਸ਼ਨ ਹੁੰਦੇ ਨੇ। ਇਸੇ ਕਰਕੇ ਦਿਨ ਰਾਤ ਲਵਾ ਲਵ ਤੂੰ ਹੀ ਹੈ, ਇਸ ਤਰ੍ਹਾਂ ਦਾ ਭਜਨ ਇਹਦਾ ਚੱਲਦਾ ਹੈ। ਹਜਰੋਂ ਸਾਹਿਬ ਦੀਆਂ ਗਲੀਆਂ ਦੇ ਵਿੱਚ ਇਹ ਇਸ ਤਰ੍ਹਾਂ ਦਾ ਭਜਨ ਕਰਦਾ ਸੀ। ਤੇ ਫਿਰ ਇਹਨੇ ਕੀ ਕਰਨਾ, ਬਾਬਾ ਬੈਂਕੇ ਦੀ ਇੱਕ ਸਾਖੀ ਆਉਂਦੀ ਹੈ ਸਾਡੇ ਸਤਿਯੁਗ ਦੇ ਇੱਕ ਅੰਕ ਸੰਤ ਅੰਕ ਦੇ ਵਿੱਚ ਇਸ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਹੋਇਆ ਕਿ ਇਹ ਬਾਬਾ ਆਸਣ ਵਿਛਾ ਲੈਂਦਾ ਹੈ, ਆਸਣ ਵਿਛਾ ਕੇ ਉਹਨਾਂ ਦੇ ਅੱਗੇ ਮੱਥੇ ਟੇਕਦਾ ਹੈ, ਕਹਿੰਦਾ ਆਓ ਬੈਠੋ ਬਾਬਾ ਬਾਲਕ ਸਿੰਘ ਜੀ, ਆਓ ਬੈਠੋ ਸਤਿਗੁਰੂ ਰਾਮ ਸਿੰਘ ਜੀ, ਆਓ ਬੈਠੋ ਬਾਬਾ ਬੁੱਧ ਸਿੰਘ ਜੀ। 3 ਆਸਣ ਵਿਛਾ ਕੇ ਤੇ 3 ਮੱਥੇ ਟੇਕਦਾ। ਤਾਂ ਲੋਕ, ਬਹੁਤ ਸਾਰੇ ਲੋਕ ਤਾਂ ਹਜਰੋਂ ਦੇ ਇਹਨੂੰ ਕਿਉਂਕਿ ਕਮਲਾ ਕਹਿੰਦੇ ਨੇ ਕਿ ਇਹ ਤੁਰਿਆ ਫਿਰਦਾ ਲਵਾ ਲਵ ਕਰਦਾ, ਬਹੁਤ ਸਾਰੇ ਲੋਕ ਤਾਂ ਉਸ ਦੀ ਬਿਰਤੀ ਨੂੰ ਇਸ ਨੂੰ ਨਹੀਂ ਪਛਾਣਦੇ। ਪਰ ਕੁਝ ਲੋਕ ਕਹਿੰਦੇ ਨੇ ਵੀ ਕੀ ਗੱਲ ਹੈ, ਚੱਲ ਸਤਿਗੁਰੂ ਬਾਲਕ ਸਿੰਘ
ਜਿਹੜਾ ਹੈ ਉਹ ਤਾਂ ਸਾਨੂੰ ਪਤਾ ਲੱਗ ਗਿਆ। ਅਗਲੇ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਣ ਕੇ ਮਿਲਦੇ ਨੇ, ਦੂਜੀ ਗੱਲ ਦਾ ਵੀ ਪਤਾ ਲੱਗ ਜਾਂਦਾ ਹੈ। ਤੀਸਰੀ ਗੱਲ, ਜਿਹੜਾ ਮੱਥਾ ਟੇਕਦੇ ਨੇ, ਆਓ ਬਾਬਾ ਬੁੱਧ ਸਿੰਘ ਜੀ, ਫਿਰ ਉਹ ਮੱਥਾ ਟੇਕਦੇ ਨੇ, ਉਹ ਗੱਲ ਦਾ ਜਿਹੜਾ ਹੈ ਉਹ ਨਹੀਂ ਪਤਾ ਲੱਗਦਾ। ਉਹ ਫਿਰ ਸਮਾਂ ਪਾ ਕੇ ਜਦੋਂ ਇਸ ਗੱਲ ਦਾ ਪਤਾ ਲੱਗਦਾ ਤੇ ਲੋਕਾਂ ਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਕਿ ਬਾਬਾ ਬੈਂਕਾ ਸੱਚਮੁੱਚ ਹੀ, ਹਜ਼ਰੋਂ ਦੇ ਲੋਕ ਜਿਹੜੇ ਨੇ ਉਹ ਮੰਨਦੇ ਨੇ ਕਿ ਬਾਬਾ ਬੈਂਕਾ ਸੱਚਮੁੱਚ ਹੀ ਤ੍ਰਿਕਾਲਦਰਸ਼ੀ ਸੀ, ਜਿਹਨੇ ਪਹਿਲਾਂ ਹੀ ਇਸ ਤਰ੍ਹਾਂ ਦਾ ਜਿਹੜਾ ਸੀ ਭਵਿੱਖਤ ਵਾਕ ਜਿਹੜੇ ਸਨ ਉਹ ਦੱਸ ਦਿੱਤੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜੋਤ ਕਾ ਜਾਮਾ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਇਸ ਗੱਦੀ ਦੇ ਉੱਤੇ ਸੁਭਾਇਮਾਨ ਹੋਣਗੇ। ਤਾਂ ਉਹਨਾਂ ਦੇ ਜਾਣ ਤੋਂ ਬਾਅਦ, ਉਹਨਾਂ ਦੇ ਪ੍ਰਦੇਸ਼ ਗਮਨ ਕਰਨ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਬੈਠਦੇ। ਉਹਨਾਂ ਦਾ ਪਹਿਲਾ ਨਾਮ ਬਾਬਾ ਬੁੱਧ ਸਿੰਘ ਸੀ, ਆਪਾਂ ਇਹ ਸਾਰੀ ਗੱਲ ਜਾਣਦੇ ਹਾਂ। ਉਹ ਬਾਬਾ ਪਹਿਲਾਂ ਹੀ ਹਜਰੋ ਦੀਆਂ ਗਲੀਆਂ ਦੇ ਵਿੱਚ ਇਹ ਨਾਮ ਲੈ ਲੈ ਕੇ ਲੋਕਾਂ ਨੂੰ ਦੱਸ ਦਿੰਦਾ ਹੈ ਕਿ ਇਹ ਜਿਹੜਾ ਆਉਣ ਵਾਲਾ ਸਮਾਂ ਇਸ ਤਰ੍ਹਾਂ ਦਾ ਹੈ, ਅਤੇ ਅਸੀਂ ਉਹਨੂੰ ਬੜਾ ਸਤਿਕਾਰ ਸਾਡੇ ਇਤਿਹਾਸ ਵਿੱਚ ਬਾਬੇ ਬੈਂਕੇ ਨੂੰ ਦਿੱਤਾ ਹੈ। ਇਹ ਭਾਈ ਕਾਹਨ ਸਿੰਘ ਦਾ ਜਵਾਈ ਜਿਹੜਾ ਹਰੀ ਚੰਦ ਜਿਹੜਾ ਹੈ ਉਸ ਬਾਬੇ ਨੂੰ ਲੈ ਕੇ ਆਉਂਦਾ ਹੈ। ਇਹ ਮਹੰਤੀ ਜਿਹੜੀ ਹੈ ਬਾਬੇ ਕਾਹਨ ਸਿੰਘ ਹੋਰਾਂ ਨੂੰ ਮਿਲਦੀ ਹੈ। ਇਹ ਅਸੀਂ ਇੱਥੇ ਇਹ ਵੀ ਜਿਹੜੀ ਹੈ ਉਹ ਘਟਨਾ ਵੇਖਦੇ ਹਾਂ। ਇੱਕ ਹੋਰ ਹੈ, ਇੱਥੇ ਹੀ ਇੱਕ ਮਾਈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਆਉਂਦੀ ਹੈ। ਉਹ ਕਈ ਤਰ੍ਹਾਂ ਦੀਆਂ ਆਪਣੀਆਂ ਮੰਗਾਂ, ਦੁਨਿਆਵੀ ਮੰਗਾਂ ਰੱਖਦੀ ਹੈ ਕਿ ਸਾਨੂੰ ਆਹ ਵੀ ਚਾਹੀਦਾ, ਆਹ ਵੀ ਚਾਹੀਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਣ ਪ੍ਰਭ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ। ਉਸ ਮਾਈ ਨੂੰ ਕਹਿੰਦੇ ਨੇ, ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਾਈ, ਮਨ ਦੀ ਅਰਦਾਸ ਜਿਹੜੀ ਹੈ ਉਹ ਤੇਰੀ ਇਹ ਹੋਣੀ ਚਾਹੀਦੀ ਹੈ ਕਿ ਮੈਨੂੰ ਨਾਮ ਜਿਹੜਾ ਹੈ ਉਹ ਮਿਲ ਜਾਵੇ। ਤੇਰੀ ਅਰਦਾਸ ਇਹ ਨਹੀਂ ਹੋਣੀ ਚਾਹੀਦੀ ਕਿ ਤੇਰੀਆਂ ਮੰਗਾਂ ਜਿਹੜੀਆਂ ਦੁਨਿਆਵੀ ਨੇ, ਜਿਹੜੀਆਂ ਦੁਨਿਆਵੀ ਮੰਗਾਂ ਹਨ, ਇਹ ਫਿਰ ਦੁੱਖਾਂ ਕੈ ਦੁੱਖ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਇਹ ਫਿਰ ਅਗਲਾ ਇੱਕ ਮੰਗ ਪੂਰੀ ਹੋਣ ਤੋਂ ਬਾਅਦ ਅਗਲਾ ਦੁੱਖ ਜਿਹੜਾ ਹੈ ਉਹ ਪੈਦਾ ਹੋ ਜਾਵੇਗਾ। ਕੱਲ੍ਹ ਵੀ ਆਪਾਂ ਇਹ ਗੱਲ ਸਰਵਣ ਕੀਤੀ ਸੀ ਕਿ ਮਾਤਾ ਜੱਸਾਂ ਦੇ ਕਹਿਣ ਦੇ ਉੱਤੇ ਕਿ ਪੁੱਤਰ ਚਾਹੀਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਜੇ ਕੱਲ੍ਹ ਨੂੰ ਆਖੇ ਨਾ ਲੱਗਾ ਫਿਰ ਦੁੱਖ ਹੋਵੇਗਾ। ਤਾਂ ਇਹ ਇੱਕ ਗੱਲ ਹੈ ਜਿਹੜੀ ਅਵਸਥਾ ਨੂੰ ਅਸੀਂ ਭਾਵੇਂ ਅਸੀਂ ਮੰਨਣ ਵਾਸਤੇ ਬਹੁਤੀ ਵਾਰ ਤਿਆਰ ਨਹੀਂ ਹੁੰਦੇ ਇਸ ਗੱਲ ਨੂੰ, ਪਰ ਹੈ ਗੱਲ ਸੱਚੀ ਹੋਈ ਹੈ ਕਿ ਮਨੁੱਖ ਜਿੰਨਾ ਵੀ ਜ਼ਿਆਦਾ ਇਹਨਾਂ ਚੀਜ਼ਾਂ ਦੇ ਨੇੜੇ ਨੇੜੇ ਜਾਂਦਾ ਹੈ, ਉਹ ਇੱਕ ਨਵੇਂ ਦੁੱਖ ਨੂੰ ਹੋਰ ਰੋਜ਼ ਨਵਾਂ ਜਿਹੜਾ ਹੈ ਉਹਦਾ ਦਰਵਾਜ਼ਾ ਖੋਲ੍ਹਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਸ ਮਾਈ ਨੂੰ ਅਗਾਹ ਕਰਦੇ ਨੇ ਕਿ ਤੂੰ ਰੁਕ, ਜੋ ਚੀਜ਼ ਮੰਗਣ ਵਾਲੀ ਹੈ ਪਰਮੇਸ਼ਰ ਤੋਂ ਉਹ ਨਾਮ ਹੈ, ਬਾਕੀ ਸਾਰਾ ਦੁੱਖਾਂ ਦੇ ਦੁੱਖ ਹੈ। ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਇੱਕ ਸਿੱਖ ਇੱਥੇ ਹੀ ਆਉਂਦਾ। ਇਹਨਾਂ ਦਿਨਾਂ ਦੇ ਵਿੱਚ ਹੀ ਹਰਨਾਮ ਸਿੰਘ ਨਥਾਣੀਏ ਨੂੰ ਬਾਬਾ ਜਵਾਰ ਸਿੰਘ ਹੋਰੀ ਭਜਨ ਦਿੰਦੇ ਨੇ। ਇੱਥੋਂ ਭੈਣੀ ਸਾਹਿਬੋਂ ਜਾ ਕੇ ਨਥਾਣੇ ਪਿੰਡ ਦੇ ਵਿੱਚ ਹਰਨਾਮ ਸਿੰਘ ਨਥਾਣੀਆ ਭਜਨ ਲੈਂਦਾ। ਇਹ ਵੀ ਇੱਕ ਵਾਰਤਾ ਬੜੀ ਵਧੀਆ ਹੈ ਕਿ ਉਹ ਜਦੋਂ ਭਜਨ ਲੈਂਦਾ ਉਹ ਵੇਖਦਾ ਹਰ ਨੀਵੀਂ ਜਾਤ ਵਾਲਾ ਉਹ ਇਸ ਤਰ੍ਹਾਂ ਕਿ ਸੋਚਦਾ ਹੈ ਕਿ ਹਰ ਨੀਵੀਂ ਜਾਤ ਵਾਲੇ ਨੂੰ ਵੀ ਭਜਨ ਦਿੱਤਾ ਜਾ ਰਿਹਾ, ਮੈਂ ਕਿਉਂ ਲਵਾਂ। ਫਿਰ ਉਹ ਵੇਖਦਾ ਪੰਡਤਾਂ ਨੂੰ ਵੀ ਭਜਨ ਦਿੱਤਾ ਜਾ ਰਿਹਾ, ਉੱਚੀ ਜਾਤ ਨੂੰ ਵੀ ਦਿੱਤਾ ਜਾ ਰਿਹਾ। ਫਿਰ ਉਹ ਸੋਚਦਾ ਹੈ ਕਿ ਕੋਈ ਚੰਗੀ ਚੀਜ਼ ਹੀ ਹੋਏਗੀ ਜਿਹਦੇ ਵਿੱਚ ਕੋਈ ਵਰਨ ਵੰਡ ਜਿਹੜੀ ਹੈ ਉਹ ਨਹੀਂ, ਸਭ ਨੂੰ ਇੱਕੋ ਹੀ ਭਜਨ ਜਿਹੜਾ ਉਹ ਦਿੱਤਾ ਜਾ ਰਿਹਾ। ਉਹ ਫਿਰ ਭਜਨ ਲੈਂਦਾ। ਬਾਅਦ ਵਿੱਚ ਬੜੀਆਂ ਵੱਡੀਆਂ ਸੇਵਾਵਾਂ ਉਸ ਸਿੱਖ ਨੇ ਜਿਹੜੀਆਂ ਹਨ ਉਹ ਨਿਭਾਈਆਂ। ਅਤੇ ਹਰਨਾਮ ਸਿੰਘ ਨਥਾਣੀਆ ਉਦੋਂ ਸਿਰਫ ਬੱਚਾ ਸੀ, ਮੁੰਡਾ ਸੀ, ਛੋਟੀ ਉਮਰ ਦਾ। ਅਤੇ ਉਹਦੇ ਵਾਸਤੇ ਇਹ ਵੀ ਸ਼ਬਦ ਜਿਹੜੇ ਸਨ ਘਰ ਵਾਲਿਆਂ ਨੇ ਆਖੇ ਕਿ ਇਹ ਹੁਣ ਕੂਕਾ ਹੋ ਗਿਆ, ਸਾਡੇ ਕੰਮੋਂ ਗਿਆ। ਇਹ ਆਮ ਪ੍ਰਚਲਿਤ ਲੋਕਾਂ ਦੀ ਧਾਰਨਾ ਸੀ ਕਿ ਜਿਹੜੇ ਕੂਕੇ ਹੋ ਜਾਂਦੇ ਸਨ ਉਹਨਾਂ ਵਾਸਤੇ ਇਹ ਕਿਹਾ ਜਾਂਦਾ ਸੀ ਇਹ ਸਾਡੇ ਕੰਮੋਂ ਗਿਆ। ਬਾਬਾ ਜਵਾਰ ਸਿੰਘ ਜਿਸ ਦਿਨ ਕੂਕਾ ਹੋਇਆ, ਸਾਡੇ ਰਿਸ਼ਤੇਦਾਰਾਂ ਦੇ ਵਿੱਚ ਇੱਕ ਮਾਤਾ ਸੀ, ਉਹ ਸਾਨੂੰ ਦੱਸਦੀ ਸੀ, ਉਹ ਬਾਬੇ ਦੀ ਰਿਸ਼ਤੇਦਾਰ ਸੀ। ਅਤੇ ਉਹਨੇ ਦੱਸਣਾ, ਉਹ ਕਹਿੰਦੀ ਸੀ ਵੀ ਬਾਬਾ ਜਦੋਂ ਕੂਕਾ ਹੋਇਆ ਅਤੇ ਸਾਡੇ ਘਰ ਜਿਹੜਾ ਸੀ ਉਹ ਸੱਥਰ ਵਿਛ ਗਿਆ। ਲੋਕ ਜਿਹੜੇ ਸਨ ਕਵਾਉਣ ਆਉਂਦੇ ਸਨ ਕਿ ਤੁਹਾਡਾ ਮੁੰਡਾ ਜਿਹੜਾ ਕੂਕਾ ਹੋ ਗਿਆ। ਜਿਹੜਾ ਕੂਕਾ ਹੋ ਗਿਆ, ਪਹਿਲੀ ਗੱਲ ਸਰਕਾਰ ਨੇ ਨਹੀਂ ਛੱਡਣਾ, ਉਹ ਸਰਕਾਰ ਦਾ ਹੀ ਬਾਗੀ ਹੈ। ਅਤੇ ਜੇ ਸਰਕਾਰ ਛੱਡ ਦੇਗੀ ਤਾਂ ਉਹਨੇ ਭੈਣੀ ਸਾਹਿਬੋਂ ਨਹੀਂ ਆਉਣਾ। ਉਹਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਉਹ ਸਿੱਖ ਸਨ, ਉਹ ਸਮਾਂ ਸੀ ਕਿ ਜਿਨ੍ਹਾਂ ਨੇ ਆਪਣਾ ਸਾਰਾ ਕੁਛ ਛੱਡ ਕੇ, ਸੂਬਾ ਸਾਹਿਬ ਸਿੰਘ ਵਰਗੇ ਜਿਨ੍ਹਾਂ ਦੇ ਵਾਸਤੇ ਅੰਗਰੇਜ਼ ਸਰਕਾਰ ਆਖਰੀ ਜਦੋਂ ਬਿਆਨ ਵੀ ਦਰਜ ਕਰਦੀ ਹੈ, ਉੱਥੇ ਜਾ ਕੇ ਵੀ ਬਿਆਨ ਹਜ਼ਾਰੀ ਬਾਗ ਵੀ ਦਰਜ ਕਰਦੀ ਹੈ, ਪੁੱਛਦੀ ਹੈ ਕੌਣ ਹੈ, ਕੀ ਨਾਮ ਹੈ, ਸਾਹਿਬ ਸਿੰਘ। ਪਿਤਾ ਦਾ ਨਾਮ ਕੀ ਹੈ, ਸਤਿਗੁਰੂ ਰਾਮ ਸਿੰਘ। ਪਿੰਡ ਦਾ ਨਾਮ ਕੀ ਹੈ, ਪਿੰਡ ਦਾ ਨਾਮ ਸ੍ਰੀ ਭੈਣੀ ਸਾਹਿਬ। ਉਹ ਸਾਰਾ ਕੁਛ ਜੋ ਕੁਛ ਜਿਹੜਾ ਪਿਛਲਾ ਸੀ ਉਹ ਸਾਰਾ ਕੁਛ ਛੱਡ ਦਿੱਤਾ। ਇਸ ਕਰਕੇ ਲੋਕਾਂ ਦੀ ਇਹ ਵੀ ਧਾਰਨਾ ਸੀ ਕਿ ਕੂਕਾ ਬਣ ਗਿਆ ਉਹ ਸਾਡੇ ਕੰਮੋਂ ਗਿਆ, ਉਹ
ਘਰ ਜੋਗਾ ਨਾ ਰਿਹਾ। ਤੇ ਇਸ ਕਰਕੇ ਹਰਨਾਮ ਸਿੰਘ ਨਥਾਣੀਏ ਦੇ ਘਰ ਵਾਲਿਆਂ ਨੂੰ ਵੀ ਲੋਕ ਜਿਹੜੇ ਨੇ ਉਹ ਆ ਕੇ ਕਵਾਉਂਦੇ ਨੇ ਵੀ ਭਾਈ ਤੁਹਾਡਾ ਪੁੱਤ ਅੱਜ ਤੁਹਾਡਾ ਨਹੀਂ ਰਿਹਾ, ਉਹ ਕੂਕਾ ਬਣ ਗਿਆ। ਜਿਹੜਾ ਕੂਕਾ ਬਣ ਗਿਆ ਉਹ ਦੇਸ਼ ਦੀ ਆਜ਼ਾਦੀ ਵਾਸਤੇ ਤੁਰੇਗਾ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਝੰਡੇ ਦੇ ਥੱਲੇ ਦੇਸ਼ ਨੂੰ ਬਿਹਤਰ ਬਣਾਉਣ ਵਾਸਤੇ, ਸਮਾਜ ਨੂੰ ਚੰਗਾ ਬਣਾਉਣ ਵਾਸਤੇ, ਕਿਉਂਕਿ ਜਿੰਨਾ ਸਮਾਜ ਡਿੱਗ ਚੁੱਕਿਆ ਸੀ, ਜਾਂ ਅਸੀਂ ਜਿਸ ਤਰ੍ਹਾਂ ਦੇ ਸਮਾਜ ਬਾਰੇ ਸੁਣ ਰਹੇ ਹਾਂ, ਜਾਂ ਜਿਸ ਤਰ੍ਹਾਂ ਦੀਆਂ ਕੁਰੀਤੀਆਂ ਅਸੀਂ ਵੇਖਦੇ ਵੀ ਹਾਂ, ਉਸ ਸਮਾਜ ਦੇ ਵਿੱਚ ਇਹ ਸਾਰਾ ਕੁਝ ਠੀਕ ਕਰਨ ਵਾਸਤੇ ਉਸ ਸਮਾਜ ਦਾ ਇੱਕ ਐਸਾ ਅੰਗ ਬਣਨਾ ਪੈਂਦਾ ਹੈ ਕਿ ਹੋ ਸਕਦਾ ਹੈ ਕਿ ਬਾਅਦ 'ਚੋਂ ਜਿਹੜਾ ਮੋੜਾ ਹੈ, ਵਾਪਸੀ ਜਿਹੜੀ ਹੈ ਉਹ ਨਾ ਹੋ ਸਕੇ। ਤਾਂ ਉਹ ਇਸ ਤਰ੍ਹਾਂ ਦਾ ਇਹ ਘਟਨਾ ਵੀ ਜਿਹੜੀ ਹੈ, ਕਿਉਂਕਿ ਇਹ ਇਤਿਹਾਸਕ ਘਟਨਾ ਹੈ। ਇਹ ਸਿੱਖ ਜਿਹੜਾ ਬਾਅਦ ਵਿੱਚ ਭੈਣੀ ਸਾਹਿਬ ਘੋੜਿਆਂ ਦੀ ਸੇਵਾਵਾਂ ਦੇ ਵਿੱਚ ਬਹੁਤ ਸਾਰਾ ਨਾਮ ਇਸ ਦਾ ਜਿਹੜਾ ਹੈ ਆਉਣ ਵਾਲੇ ਇਤਿਹਾਸ ਵਿੱਚ ਆਵੇਗਾ। ਇੱਥੇ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਇੱਕ ਹੋਰ ਸਿੱਖ ਨੇ ਅਰਜ਼ ਕੀਤੀ, ਪਾਤਸ਼ਾਹ ਮਨ ਦੀ ਅਵਸਥਾ ਜਿਹੜੀ ਹੈ ਉਹ ਕਦੀ ਕਦੀ ਤਾਂ ਬਿਲਕੁਲ ਠੀਕ ਹੋ ਜਾਂਦੀ ਹੈ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਲਿਖਦੇ ਨੇ ਨਾ, ਮਾਈ ਮਨ ਮੇਰੋ ਧਾਵਣ ਤੇ ਛੂਟਿਓ, ਕਦੀ ਤਾਂ ਇਹ ਅਵਸਥਾ ਹੈ ਤੇ ਕਦੀ ਇਹ ਵੀ ਹੈ ਕਿ ਮਨ ਮੇਰੋ ਵਸ ਨਾ ਹੈ, ਇਹ ਮੇਰਾ ਮਨ ਜਿਹੜਾ ਹੈ ਮੇਰੇ ਵੱਸ ਦੇ ਵਿੱਚ ਨਹੀਂ। ਇਹ ਦੋਵੇਂ ਗੱਲਾਂ ਨੇ। ਉਹ ਕਹਿੰਦਾ ਜੀ ਕਦੀ ਕਦੀ ਅਵਸਥਾ ਤੇ ਮੇਰੀ ਬਿਲਕੁਲ ਠੀਕ ਹੈ ਹੁੰਦੀ ਹੈ, ਤੇ ਕਦੀ ਕਦੀ ਜਿਹੜਾ ਹੈ ਮਨ ਟਿਕਦਾ ਨਹੀਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਤੂੰ ਬਹੁਤ ਵੱਡਿਆਂ ਭਾਗਾਂ ਵਾਲਾ ਹੈ, ਜਿਹਨੂੰ ਇੱਥੋਂ ਤੱਕ ਤਾਂ ਪਹੁੰਚਿਆ। ਘੱਟ ਤੋਂ ਘੱਟ ਤੈਨੂੰ ਇਹ ਸੋਝੀ ਤਾਂ ਹੋਈ ਕਿ ਇੱਕ ਚੀਜ਼ ਮਨ ਵੀ ਹੈ ਸਾਡੇ ਕੋਲ ਜਿਹੜਾ ਸਾਨੂੰ ਭਟਕਾਈ ਫਿਰਦਾ ਹੈ। ਬਹੁਤ ਸਾਰੇ ਲੋਕ ਤਾਂ ਦੁਨੀਆ ਦੇ ਵਿੱਚ ਇੱਥੋਂ ਤੱਕ ਹੀ ਨਹੀਂ ਪਹੁੰਚਦੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਬਚਨ ਕਰਦੇ ਨੇ, ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਹੀ ਨਹੀਂ ਪਹੁੰਚਦੇ। ਉਹਨਾਂ ਨੂੰ ਸਾਰੀ ਜ਼ਿੰਦਗੀ ਇਹ ਹੀ ਨਹੀਂ ਪਤਾ ਲੱਗਦਾ ਕਿ ਇੱਕ ਮਨ ਵੀ ਹੈ ਜਿਹਦੇ ਪਿੱਛੇ ਮੇਰਾ ਸਰੀਰ ਲੱਗਿਆ ਫਿਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਵੀ ਤੂੰ ਫਿਰ ਵੀ ਵੱਡਿਆਂ ਭਾਗਾਂ ਵਾਲਾ, ਤੈਨੂੰ ਇਹ ਗੱਲ ਦਾ ਤਾਂ ਪਤਾ ਲੱਗਾ ਕਿ ਇੱਕ ਮਨ ਵੀ ਹੈ ਜਿਹੜਾ ਤੈਨੂੰ ਭਟਕਾਉਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਫਿਰ ਇਹ ਵੀ ਹੁਕਮ ਕਰਦੇ ਨੇ, ਅੰਦਰ ਦੀ ਅਰਦਾਸ ਕਰਿਆ ਕਰ, ਅੰਦਰ ਦੀ ਅਰਦਾਸ ਪਰਮੇਸ਼ਰ ਬਹੁਤ ਜਲਦੀ ਸੁਣਦਾ ਹੈ। ਇਹ ਸ਼ਬਦ ਜਿਹੜੇ ਹਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਖਦੇ ਹਨ। ਇੱਥੇ ਭੈਣੀ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਸਿੱਖ ਜਿਹੜੇ ਨੇ, ਕੋਈ ਵੱਖਰੀਆਂ ਵੱਖਰੀਆਂ ਆਪਣੀਆਂ ਦੁਨਿਆਵੀ ਮੰਗਾਂ ਵੀ ਜਿੱਥੇ ਲੈ ਕੇ ਆਉਂਦੇ ਨੇ, ਉੱਥੇ ਅਧਿਆਤਮਿਕ ਮੰਗਾਂ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੋਂ ਪੂਰੀਆਂ ਕਰਦੇ ਨੇ। ਇਹਨਾਂ ਦਿਨਾਂ ਦੇ ਵਿੱਚ ਫਿਰ ਇੱਕ ਛੋਟਾ ਜਿਹਾ ਅਕਾਲ ਪੈਂਦਾ, ਕਿਉਂਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਮੀਂਹ ਨਾ ਪਿਆ, ਜਿਸ ਸਾਲ ਜਿਸ ਇਲਾਕੇ ਵਿੱਚ ਮੀਂਹ ਨਾ ਪਿਆ ਉਸ ਇਲਾਕੇ ਵਿੱਚ ਅਕਾਲ ਪੈ ਗਿਆ। ਤੇ ਇੱਥੇ ਇਲਾਕੇ ਦੇ ਵਿੱਚ ਇੱਥੇ, ਕਿਉਂਕਿ ਇੱਥੋਂ ਅੱਗੇ ਅਸੀਂ ਜਦੋਂ ਕੰਢੀ ਦੇ ਇਲਾਕਿਆਂ ਵੱਲ ਹੋ ਜਾਂਦੇ ਹਾਂ, ਪੁਆਧੀ ਬੋਲ ਦੇ ਇਲਾਕਿਆਂ ਵੱਲ ਹੋ ਜਾਂਦੇ ਹਾਂ, ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਉੱਥੇ ਦਾਣਾ ਨਹੀਂ ਸੀ ਲੱਭਦਾ। ਉਹ ਤਾਂ ਬਹੁਤ ਹੁਣ ਤੱਕ ਪਿੱਛੇ ਕੁਝ ਸਾਲਾਂ ਤੱਕ ਵੀ ਉਹਨਾਂ ਦੀਆਂ ਖੇਤਾਂ ਦੇ ਵਿੱਚ ਦਾਣੇ ਨਹੀਂ ਸਨ ਹੁੰਦੇ। ਆਮ ਲੋਕੀ ਇਹ ਗੱਲ ਧਾਰਨਾ ਪ੍ਰਚਲਿਤ ਸੀ ਪੰਜਾਬ ਦੇ ਵਿੱਚ, ਲੋਕ ਕੰਢੀ ਦੇ ਇਲਾਕਿਆਂ ਦੇ ਲੋਕਾਂ ਦੇ ਵੱਲ ਜਾਂ ਉੱਧਰ ਦੇ ਇਲਾਕਿਆਂ ਦੇ ਵਿੱਚ ਕੁੜੀਆਂ ਨਹੀਂ ਸਨ ਵਿਆਹੁੰਦੇ ਕਿ ਉਹ ਖਵਾਉਣਗੇ ਕੀ, ਉਹਨਾਂ ਕੋਲ ਦਾਣੇ ਨਹੀਂ ਹੁੰਦੇ। ਉਹ ਲੋਕ ਅੰਬ ਵੇਚ ਕੇ ਤੇ ਦਾਣੇ ਲੈ ਕੇ ਜਾਂਦੇ ਸਨ। ਤੇ ਇਹ ਇਲਾਕਾ ਜਿਹੜਾ ਸੀ ਇੱਧਰ ਫਿਰ ਅਕਾਲ ਪੈ ਗਿਆ ਮੀਂਹ ਨਾ ਹੋਣ ਪੈਣ ਕਰਕੇ। ਫਿਰ ਦੂਸਰੀ ਗੱਲ ਇਹ ਵੀ ਸੀ ਜਿਹਦੇ ਵਿੱਚ ਜਿਹੜਾ ਵੱਡਾ ਕਾਰਨ ਸੀ, ਅੰਗਰੇਜ਼ ਸਰਕਾਰ ਬਹੁਤ ਸਾਰੇ ਦਾਣੇ ਜਾਂ ਅਨਾਜ ਜਿਹੜਾ ਸੀ ਉਹਨਾਂ ਬਸਤੀਆਂ ਵਿੱਚ, ਆਪਣੀਆਂ ਉਹਨਾਂ ਬਸਤੀਆਂ ਵਿੱਚ, ਉਹਨਾਂ ਦੇਸ਼ਾਂ ਵਿੱਚ ਭੇਜ ਦਿੰਦੀ ਸੀ ਜਿੱਥੇ ਉਹਨਾਂ ਨੂੰ ਲੋੜ ਹੁੰਦੀ ਸੀ, ਜਿੱਥੇ ਜੰਗ ਲੱਗਾ ਹੁੰਦਾ ਸੀ, ਜਿੱਥੇ ਕੋਈ ਲੜਾਈ ਲੱਗੀ ਹੁੰਦੀ ਸੀ। ਉਹ ਜਿਹੜਾ ਸਰਕਾਰ ਨੇ ਪ੍ਰਬੰਧ ਕਰਨਾ ਸੀ ਉਹ ਪੂਰੇ ਦਾ ਪੂਰਾ ਜਿਹੜਾ ਸੀ ਉਹ ਸਰਕਾਰ ਨਹੀਂ ਸੀ ਕਰਦੀ। ਉਹ ਇਸ ਤਰ੍ਹਾਂ ਦਾ ਸਰਕਾਰ ਦਾ ਕੋਈ ਕੋਟਾ ਨਹੀਂ ਸੀ ਕਿ ਲੋਕਾਂ ਨੂੰ ਕੁਛ ਦਾਣੇ ਦਿੱਤੇ ਜਾਣ। ਜਿਸ ਸਾਲ ਮੀਂਹ ਨਹੀਂ ਸੀ ਪੈਂਦਾ ਉਸੇ ਸਾਲ ਹੀ ਅਕਾਲ ਪੈ ਜਾਂਦਾ ਸੀ। ਤੇ ਉਹ ਅਕਾਲ ਪੈ ਗਿਆ, ਦਾਣਿਆਂ ਦੀ ਘਾਟ ਹੋਈ। ਬਹੁਤ ਸਾਰੇ ਪ੍ਰਸ਼ਾਦਾ ਛਕਣ ਵਾਸਤੇ ਵੀ ਕਈ ਲੋਕ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਨੂੰ ਸਾਰਾ ਪਤਾ ਸੀ ਕਿ ਸਾਰੇ ਦਿਨ ਕੋਈ ਚੀਜ਼ ਨਹੀਂ ਮਿਲਣੀ। ਉਹ ਇੱਕ ਟਾਈਮ ਆਣ ਕੇ ਭੈਣੀ ਸਾਹਿਬੋਂ ਪ੍ਰਸ਼ਾਦਾ ਛਕ ਜਾਂਦੇ ਨੇ ਵੀ ਚਲੋ ਜ਼ਿੰਦਗੀ ਜੀਣ ਵਾਸਤੇ ਤਾਂ ਇੰਨਾ ਹੀ ਬਹੁਤ ਹੈ। ਉਹ ਜਦੋਂ ਪ੍ਰਸ਼ਾਦਾ ਛਕਣ ਆਉਂਦੇ ਨੇ, ਇੱਥੇ ਬਹੁਤ ਲੰਬੀਆਂ ਲਾਈਨਾਂ ਲੱਗਦੀਆਂ ਨੇ, ਲੋਕ ਪ੍ਰਸ਼ਾਦਾ ਛਕਣ ਵਾਸਤੇ ਆਉਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਲਾਂਗਰੀਆਂ ਨੂੰ ਹੁਕਮ ਕਰਦੇ ਨੇ ਵੀ ਭਾਈ ਕਰੜਾ ਦਾਲਾ ਤੇ 2 ਪ੍ਰਸ਼ਾਦੇ ਹਰ ਆਏ ਨੂੰ ਜਿਹੜੇ ਨੇ ਉਹ ਜ਼ਰੂਰ ਦਿਓ। ਕਿਸੇ ਨੂੰ ਇੱਥੋਂ ਜਿਹੜਾ ਹੈ ਉਹ ਪ੍ਰਸ਼ਾਦੇ ਤੋਂ ਬਿਨਾਂ ਜਿਹੜਾ ਹੈ ਉਹ ਨਾ ਜਾਣ ਦਿੱਤਾ ਜਾਵੇ। ਤੇ ਮਾਤਾ ਜੱਸਾਂ ਉਜਰ ਵੀ ਕਰਦੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆ ਰਹੇ ਨੇ, ਇਹ ਕਿਸ ਤਰ੍ਹਾਂ ਬਣੇਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਸਭ ਕੁਝ ਭਲਾ ਹੀ ਕਰੇਗਾ। ਤੇ ਉਹ ਅਸੀਂ ਵੇਖਦੇ ਵੀ ਹਾਂ, ਹਾਲਾਤ ਭਾਵੇਂ ਜਿਹੜੇ ਨੇ ਉਹ ਬਾਅਦ ਦੇ ਵਿੱਚ ਸਮਾਨ ਹੋ ਜਾਂਦੇ ਨੇ, ਪਰ ਇਹ ਲੰਗਰ ਜਿਹੜਾ ਹੈ ਉਹ ਚੱਲਦਾ ਹੀ ਰਹਿੰਦਾ ਹੈ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਾਉਣ ਦੇ ਮਹੀਨੇ ਦੇ ਵਿੱਚ ਸੂਬਿਆਂ ਦੇ ਨਾਲ
ਆਪਣਾ ਪੰਜਾਬ ਜਿਹੜਾ ਅਸੀਂ ਅੱਜ ਰਾਵੀ ਅੰਮ੍ਰਿਤਸਰ ਵਾਲੇ ਪਾਸੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਚੱਲਣ ਵਾਸਤੇ ਤਿਆਰ ਹੁੰਦੇ ਨੇ। ਜਦੋਂ ਸਤਲੁਜ ਮੀਂਹ ਬਹੁਤ ਪੈ ਰਹੇ ਨੇ ਉਹਨਾਂ ਦਿਨਾਂ ਦੇ ਵਿੱਚ, ਸਾਉਣ ਦੇ ਵਿੱਚ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਜਾਂਦੇ ਨੇ, ਵੇਂਦੇ ਨੇ ਦਰਿਆ ਸਤਲੁਜ ਚੜਿਆ ਹੋਇਆ, ਵਾਪਸ ਆ ਜਾਂਦੇ ਨੇ। ਫਿਰ ਦੂਸਰੀ ਵਾਰ ਜਾਂਦੇ ਨੇ, ਦਰਿਆ ਫਿਰ ਚੜਿਆ ਹੋਇਆ, ਵਾਪਸ ਆ ਜਾਂਦੇ ਨੇ। ਜਦੋਂ ਤੀਸਰੀ ਵਾਰ ਜਾਂਦੇ ਨੇ, ਦਰਿਆ ਫਿਰ ਚੜਿਆ ਹੋਇਆ। ਪਰ ਐਤਕੀ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਮਲਾਵਾਂ ਨੂੰ ਕਹਿੰਦੇ ਨੇ ਬੇੜੀਆਂ ਜਿਹੜੀਆਂ ਨੇ ਪਾ ਦਿਓ ਸਤਲੁਜ 'ਚ। ਉਹ ਕਹਿੰਦੇ ਜੀ ਦਰਿਆ ਬਹੁਤ ਚੜਿਆ ਅਤੇ ਕੁਛ ਸਮਾਂ ਜਿਹੜਾ ਹੈ ਉਹ ਹੁਣ ਰਾਤ ਦਾ ਹੋ ਚੱਲਾ ਹੈ, ਆਪਾਂ ਨੂੰ ਰਾਤ ਨੂੰ ਦਰਿਆ ਦੇ ਵਿੱਚ ਕੁਛ ਵੀ ਨਹੀਂ ਲੱਭਣਾ ਜੇ ਬੇੜੀਆਂ ਠੇਲ ਦਿੱਤੀਆਂ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਕੋਈ ਫਿਕਰ ਨਾ ਕਰੋ, ਤੁਸੀਂ ਬੇੜੀਆਂ ਠੇਲ ਦਿਓ। ਉਹਦੇ ਵਿੱਚ ਕਈ ਬੇੜੀਆਂ ਜਿਹੜੀਆਂ ਨੇ ਠੇਲ ਦਿੱਤੀਆਂ ਜਾਂਦੀਆਂ ਨੇ, ਜੋ ਬੜੀ ਮੁਸ਼ਕਿਲ ਦੇ ਨਾਲ ਜਾ ਕੇ ਉਹ ਪਾਰ ਲੱਗਦੀਆਂ ਨੇ। ਉਹ ਮਲਾਹ ਜਿਹੜੇ ਨੇ ਉਹ ਇੱਕ ਵਾਰੀ ਘਬਰਾ ਜਾਂਦੇ ਨੇ, ਜਦੋਂ ਵਿਚਕਾਰ ਪਹੁੰਚਦੇ ਨੇ ਉਹ ਕਹਿੰਦੇ ਨੇ ਅੱਜ ਨਹੀਂ ਬਚਦੇ, ਅੱਜ ਬੇੜੀਆਂ ਸਾਰੀਆਂ ਜਿਹੜੀਆਂ ਨੇ ਡੁੱਬ ਜਾਣਗੀਆਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਕੋਈ ਫਿਕਰ ਨਾ ਕਰੋ, ਸਿਰਫ ਤੁਸੀਂ ਧਿਆਨ ਰੱਖੋ ਪਰਮੇਸ਼ਰ ਦਾ, ਇਹ ਬੇੜੀਆਂ ਪਾਰ ਲੱਗਣਗੀਆਂ। ਆਖਰ ਉਹ ਬਰੇਤੀ ਦੇ ਉੱਤੇ, ਕੰਢਿਆਂ ਦੇ ਉੱਤੇ ਪਾਰ ਲੱਗਦੀਆਂ ਨੇ। ਉਹ ਮਲਾਹ ਜਿਹੜੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਡਿੱਗਦੇ ਨੇ, ਕਹਿੰਦੇ ਨੇ ਇਸ ਤਰ੍ਹਾਂ ਨਹੀਂ ਅਸੀਂ ਵੇਖਿਆ ਕਦੀ, ਐਵੇਂ ਪਾਰ ਨਹੀਂ ਹੁੰਦੇ ਵੇਖਿਆ। ਇਹ ਸਿਰਫ ਤੁਸੀਂ ਅਕਾਲ ਪੁਰਖ ਹੋ, ਤੁਸੀਂ ਪਰਮੇਸ਼ਰ ਸਰੂਪ, ਇਸ ਕਰਕੇ ਇਹ ਬੇੜੀਆਂ ਪਾਰ ਲੱਗ ਗਈਆਂ ਨੇ। ਤੇ ਬੇੜੀਆਂ ਪਾਰ ਲੱਗਣੀਆਂ ਨਹੀਂ ਸਨ, ਕਿਉਂਕਿ ਸਾਡਾ ਤੇ ਇਹ ਕੰਮ ਹੈ, ਸਾਡਾ ਇਹ ਧੰਦਾ ਹੈ। ਸਾਨੂੰ ਤੇ ਪਤਾ ਹੈ ਜਦੋਂ ਇਸ ਤਰ੍ਹਾਂ ਦਰਿਆ ਜਿਹੜਾ ਹੈ ਉਹ ਚੜ੍ਹਦਾ ਜਾਂ ਦਰਿਆ ਦੀਆਂ ਛੱਲਾਂ ਵੱਜਦੀਆਂ ਨੇ, ਉਦੋਂ ਬੇੜੀਆਂ ਪਾਰ ਨਹੀਂ ਲੰਘਦੀਆਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਥੋਂ ਚੱਲ ਕੇ ਫਿਰ ਲਹਿਣਾ ਸਿੰਘ ਜਿਹੜਾ ਸਾਡਾ ਸ਼ਹੀਦ ਹੈ ਅੰਮ੍ਰਿਤਸਰ ਸਾਹਿਬ ਵਾਲਾ, ਉਹਦੇ ਘਰ ਵਿੱਚ ਅੰਮ੍ਰਿਤਸਰ ਡੇਰਾ ਹੁੰਦਾ ਹੈ, ਦੀਵਾਨ ਲੱਗਦੇ ਨੇ, ਬਹੁਤ ਸਾਰੀ ਸੰਗਤ ਜਿਹੜੀ ਆਉਂਦੀ ਹੈ। ਇੱਥੋਂ ਅੱਗੇ ਆਪਾਂ ਇਤਿਹਾਸ ਜਿਹੜਾ ਹੈ ਫਿਰ ਸਰਵਣ ਕਰਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਕਿਰਪਾ ਕਰਦੇ ਨੇ ਸਾਧ ਸੰਗਤ ਦੇ ਉੱਤੇ। ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਖਿਮਾ ਦਾ ਜਾਚਕਾਂ। ਸਤਿ ਸ੍ਰੀ ਅਕਾਲ।